रेहड़ी वाले आए सी कि सानू करोना की 2 महीने की रियायत लै दो, छूट दे दो। मैं उत्थे अनाउंस करता सी, मैं कहा भी थोनों जून का महीना माफ, तुसीं रोज़ सलीम नूं कुछ नहीं देना। सलीम नूं मैं सैकटरी नूं कहा फोन करो भी इन्हां तो लेना नहीं, उन्होंने ताड़ियां मार दियां। असीं इन्ने च खुश हो गए कि इन्हां दा किराया माफ़ कराता। वो तो फिर जो रिकॉर्ड खोलिया पता चलिया कि ये ताड़ियां सारियां फूकियां ही सी, ये तो एड्डी वड्डी अकाली दल चोरी कर रहा सी। ते सब तो अगे ਸਰੂਪ ਸਿੰਗਲਾ ਦੇ ਤੁਹਾਨੂੰ ਹੀ ਪਤਾ ਕੌਣ ਹੁੰਦਾ, ਇਹੀ ਹੁੰਦਾ ਸਲੀਮ ਹੁੰਦਾ। ਇਹ ਸਾਰਾ ਰੈਕਟ ਇਹਨਾਂ ਦਾ ਬੜੀ ਦੇਰ ਦਾ ਚੱਲ ਰਿਹਾ ਸੀ। ਮੰਡੀ ਦੇ ਵਿੱਚ ਜਿੰਨੇ ਫੜ ਹੈ ਉਹਦਾ ਇੱਕ ਰੈਕਟ ਹੈਗਾ, ਜਿੰਨੇ ਫੜ ਹੈ ਇਹਨਾਂ ਦਾ ਕਬਜ਼ਾ ਉੱਥੇ ਅਕਾਲੀ ਦਲ ਦਾ। ਅਸੀਂ ਕਰੋੜਾਂ ਰੁਪਇਆ ਲਾਤਾ ਉੱਥੇ, 90% ਜਗ੍ਹਾ ਇਹਨਾਂ ਨੇ ਨਜਾਇਜ਼ ਰੋਕੀ ਹੋਈ। ਸਰਕਾਰ ਕੀ ਦੀ ਹੈ, ਚਾਹ ਕੇ 2 ਮਿੰਟ ਲੱਗਣਗੇ ਪਰਚਾ ਦੇਣ ਤੇ। ਸਰੂਪ ਸਿੰਗਲਾ ਤੇ ਕਰ ਦਿਓ ਪਰਚਾ ਦਰਜ। ਜੇ ਸਰੂਪ ਸਿੰਗਲਾ ਗੁੰਡਾ ਟੈਕਸ ਲੈ ਰਿਹਾ ਹੈ ਤਾਂ ਦਰਜ ਕਰ ਦਿਓ। ਇੱਕ ਅੱਧਾ ਕਿਲੋ ਪਾਈਆ ਸਬਜ਼ੀ ਦਾ ਰਵਾਦਾਰ ਨਹੀਂ ਮੈਂ ਹੋ ਸਕਦਾ, ਇੱਕ ਪਾਈਆ ਸਬਜ਼ੀ ਦਾ ਸਬਜ਼ੀ ਮੰਡੀ ਦੇ ਜਿਹੜੇ ਇਲਜ਼ਾਮ ਲਾਏ ਆ, ਇਹਨਾਂ ਦੇ ਇਲਜ਼ਾਮਾਂ ਦੇ ਵਿੱਚ ਉਹਨੂੰ ਪਤਾ ਹੀ ਨਹੀਂ ਇਲਜ਼ਾਮ ਕੀ ਲਾਇਆ। ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿ ਰਿਹਾ ਕਿ ਸਲੀਮ ਦਾ ਜਿਹੜਾ ਰੌਲਾ ਪਿਆ ਪੈਸੇ ਦੀ ਵੰਡ ਵੰਡਾਈ ਦਾ ਰੌਲਾ ਪਿਆ। ਉਹ ਕਲੈਕਸ਼ਨ ਕਰਦਾ ਰਿਹਾ ਹੈ ਤੇ ਇਹਨਾਂ ਨੇ ਇਨਲੀਗਲ ਕਲੈਕਸ਼ਨ ਕੀਤੀ ਹੈ, ਰੇੜੀਆਂ ਦੀ ਪਰਚੀਆਂ ਕੱਟੀਆਂ ਇਨਲੀਗਲ। ਇਹਨਾਂ ਦਾ ਦੋਸ਼ ਇਹੀ ਹੈ ਨਾ, ਤਾਂ ਫਿਰ ਇਹ ਕਟਵਾਈਆਂ ਕਿ ਨਹੀਂ ਮਾਰਕੀਟ ਸੈਕਟਰੀ ਨੇ ਕਮਾਈਆਂ, ਮਾਰਕੀਟ ਕਮੇਟੀ ਸੈਕਟਰੀ ਤੇ ਇਹਨਾਂ ਨੇ ਪਰਚਾ ਕਿਉਂ ਨਹੀਂ ਦਿੱਤਾ। ਬਠਿੰਡਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਅੱਜ ਆਪਣੇ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਇਆਂ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਜੋ ਕੱਲ੍ਹ ਸ਼ਾਮੀ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜਗਜੀਤ ਸਿੰਘ ਜੌਹਲ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਉਹਨਾਂ ਤੇ ਆਰੋਪ ਲਗਾਏ ਗਏ ਸਨ, ਉਹ ਸਭ ਝੂਠ ਹਨ। ਉਹਨਾਂ ਨੇ ਕਿਹਾ ਕਿ ਜਦ ਉਹਨਾਂ ਨੂੰ ਇਸ ਵਸੂਲੀ ਵਿੱਚੋਂ ਹਿੱਸਾ ਮਿਲਣੋਂ ਹਟ ਗਿਆ ਤਾਂ ਉਹਨਾਂ ਨੇ ਇਸ ਤੇ ਮਾਮਲਾ ਦਰਜ ਕਰਵਾ ਦਿੱਤਾ। ਸਿੰਗਲਾ ਨੇ ਕਿਹਾ ਕਿ ਮੇਰੇ ਤੇ ਜੋ ਆਰੋਪ ਲਾਏ ਹਨ, ਇੱਕ ਵੀ ਵਿਅਕਤੀ ਸਾਬਿਤ ਕਰ ਦੇਣ, ਮੈਂ ਸਿਆਸਤ ਛੱਡ ਦੇਵਾਂਗਾ। ਪਰ ਜੇ ਬਠਿੰਡੇ ਨੂੰ ਬਚਾਉਣਾ ਹੈ ਤਾਂ ਜਗਜੀਤ ਸਿੰਘ ਜੌਹਲ ਨੂੰ ਬਠਿੰਡੇ ਵਿੱਚੋਂ ਭੇਜਿਆ ਜਾਵੇ। ਦੱਸ ਦਈਏ ਕਿ ਕੱਲ ਸਬਜ਼ੀ ਮੰਡੀ ਵਿੱਚ ਨਾਜਾਇਜ਼ ਵਸੂਲੀ ਕਰਨ ਵਾਲੇ ਤੇ ਮਾਮਲਾ ਦਰਜ ਕੀਤਾ ਗਿਆ ਸੀ। ਜੌਹਲ ਵੱਲੋਂ ਆਰੋਪ ਲਗਾਏ ਗਏ ਸਨ ਕਿ ਇਹ ਆਦਮੀ ਸਰੂਪ ਚੰਦ ਸਿੰਗਲਾ ਦੀ ਸੱਜੀ ਬਾਂਹ ਹੈ ਅਤੇ ਸਿੰਗਲਾ ਦੇ ਇਸ਼ਾਰੇ ਤੇ ਇਹ ਵਸੂਲੀ ਹੋ ਰਹੀ ਹੈ। ਸਿੰਗਲਾ ਨੇ ਇਹ ਵੀ ਕਿਹਾ ਕਿ ਜਗਜੀਤ ਸਿੰਘ ਜੌਹਲ ਵੱਲੋਂ ਕਸੀਨੋ, ਮਸਾਜ ਸੈਂਟਰ ਅਤੇ ਜੂਏ ਦੇ ਅੱਡੇ ਚਲਾਏ ਜਾ ਰਹੇ ਹਨ ਅਤੇ ਟਰੱਕ ਯੂਨੀਅਨ ਵਿੱਚ ਵੀ ਟਰੱਕ ਮਾਲਕਾਂ ਦੇ 10,000 ਕਿਰਾਏ ਵਿੱਚੋਂ ਸਿਰਫ 6500 ਹੀ ਦਿੱਤਾ ਜਾ ਰਿਹਾ ਹੈ। ਸਿੰਗਲਾ ਨੇ ਕਿਹਾ ਕਿ ਜੋ ਇੱਥੇ ਮਾਰਕੀਟ ਕਮੇਟੀ ਦਾ ਸੈਕਟਰੀ ਹੈ ਉਸ ਤੇ ਵੀ ਮਾਮਲਾ ਦਰਜ ਕਰਨਾ ਚਾਹੀਦਾ ਸੀ, ਪਰ ਉਸ ਨੂੰ ਬਚਾਉਣ ਲਈ ਇਨਕੁਆਇਰੀ ਲਾ ਦਿੱਤੀ ਹੈ। ਅਤੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਸਰੂਪ ਚੰਦ ਸਿੰਗਲਾ ਸਾਬਕਾ ਵਿਧਾਇਕ ਸ਼੍ਰੋਮਣੀ ਅਕਾਲੀ ਦਲ ਨੇ ਹੋਰ ਕੀ ਕਿਹਾ, ਆਓ ਸੁਣਦੇ ਹਾਂ। ਜਗਜੀਤ ਜੌਹਲ ਸਾਹਿਬ ਵੱਲੋਂ ਕੀਤੀ ਗਈ, ਜਿਹਦੇ ਤੇ ਉਹਨਾਂ ਨੇ ਜੋ ਉਹਨਾਂ ਤੇ ਪਿਛਲੇ 15 ਸਾਲਾਂ ਤੋਂ ਇਲਜ਼ਾਮ ਲੱਗਦੇ ਆ ਰਹੇ ਆ ਗੁੰਡਾਗਰਦੀ ਦੇ, ਮੈਨੂੰ ਲੱਗਦਾ ਹੈ ਕਿ ਉਹਨਾਂ ਦਾ ਹੁਣ ਪਛਤਾਚਾਪ ਕਰਨ ਲਈ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ, ਜਿਹਦੇ 'ਚ ਇਹ ਕਿਹਾ ਹੈ ਕਿ ਗੁੰਡਾ ਟੈਕਸ ਲੈਂਦੇ ਹੋਏ ਬੰਦੇ ਫੜੇ ਗਏ ਬਠਿੰਡਾ 'ਚ, ਤੇ ਜਿਹੜੇ ਫੜੇ ਗਏ ਆ ਉਹ ਸਰੂਪ ਸਿੰਗਲੇ ਦੇ ਨਜ਼ਦੀਕੀ ਰਹੇ ਆ। ਤਾਂ ਉਸ ਸਬੰਧ ਦੇ ਵਿੱਚ ਮੈਂ ਅੱਜ ਇਹ ਪ੍ਰੈਸ ਕਾਨਫਰੰਸ ਰੱਖੀ ਹੈ। ਮੈਂ ਤਾਂ ਸ਼ੁਰੂਆਤ ਇਸ ਤੋਂ ਗੱਲ ਕਰਦਾ ਵੀ ਚੋਰ ਮਚਾਏ ਸ਼ੋਰ, ਜਿਨ੍ਹਾਂ ਦਾ ਧੰਦਾ ਹੀ ਰਿਹਾ ਹੈ, ਜਿਨ੍ਹਾਂ ਦੀ ਪਿਸ਼ਟ ਭੂਮੀ ਰਹੀ ਹੈ, ਜਿਹੜੇ ਕਿ ਲੋਕ ਗਿੱਦੜਵਾਹ ਨੂੰ ਅੱਜ ਤੱਕ ਭੁੱਲੇ ਨਹੀਂ ਹੈ। ਬਠਿੰਡੇ ਸ਼ਹਿਰ ਦੇ ਵਿੱਚ ਜੋ ਹੋ ਰਿਹਾ ਹੈ ਉਹਦੇ ਸੰਬੰਧ ਦੇ ਵਿੱਚ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ ਹੈ ਕਿ ਜਿਹੜੇ ਠੇਕੇ ਵਾਸਤੇ ਇਹ ਗੱਲ ਕਰ ਰਹੇ ਆ ਤੇ ਗੁੰਡਾ ਟੈਕਸ ਦੀ ਗੱਲ ਕਰ ਰਹੇ ਆ, 20 ਜੁਲਾਈ 2018 ਨੂੰ 4 ਦਿਨ ਮੰਡੀ ਬੰਦ ਰਹੀ ਸੀ। ਉਹਦਾ ਸਭ ਤੋਂ ਵੱਡਾ ਕਾਰਨ ਬੰਦ ਰਹਿਣ ਦਾ ਉਦੋਂ ਠੇਕਾ ਦਿੱਤਾ ਗਿਆ ਸੀਗਾ, ਜਿਹੜੇ ਠੇਕੇ ਤੇ ਅੱਜ ਇਹ ਗੱਲ ਕਰ ਰਹੇ ਆ। ਉਸ ਪ੍ਰੋਟੈਸਟ ਦੇ ਵਿੱਚ ਮੈਂ ਸ਼ਾਮਲ ਹੋਇਆ ਸੀ। ਆ ਉਸ ਦਿਨ ਦਾ ਤੁਹਾਡੇ ਅਖਬਾਰ ਦੀ ਖਬਰ ਵੀ ਹੈ
फेसबुक की फोटो भी है, WhatsApp की फोटो भी है, ते कि ये गरीब लोगों का धक्का है। 2007 ਦੇ ਵਿੱਚ ਜਦੋਂ ਸਾਡੀ ਸਰਕਾਰ ਹੋਣ ਦੇ ਵਿੱਚ ਆਈ ਸੀ, ਲੋਕਾਂ ਦੇ ਉੱਤੇ ਲੋਕਾਂ ਨੂੰ ਕੁੱਟਮਾਰ ਹੋਈ ਹੋਈ ਸੀ, ਤੇ ਮੈਂ ਮੌਕੇ ਤੇ ਜਾ ਕੇ ਇਹ ਗੁੰਡਾ ਪਰਚੀ ਬੰਦ ਕਰਾਈ ਸੀ। ਔਰ ਸਾਡੇ 10 ਸਾਲ ਇਹ ਗੁੰਡਾ ਪਰਚੀ ਨਹੀਂ ਲੱਗੀ ਸੀ, ਤੇ ਪਿਛਲੇ 3.5 ਸਾਲਾਂ ਤੋਂ ਇਹ ਕਾਂਗਰਸੀਆਂ ਦੀ ਸ਼ਹਿ ਤੇ MLA ਸਾਹਿਬ ਦੀ ਸ਼ਹਿ ਤੇ ਉਹਨਾਂ ਦੇ ਰਿਸ਼ਤੇਦਾਰ ਦੀ ਸ਼ਹਿ ਤੇ ਇਹ ਗੁੰਡਾ ਪਰਚੀ ਦੀ ਸ਼ੁਰੂਆਤ ਹੋਈ। ਔਰ ਉਹਦੇ ਖਿਲਾਫ ਮੈਂ ਆ ਤੁਹਾਡੇ ਸਾਰਿਆਂ ਨੂੰ ਮੈਂ ਦਿਊਂਗਾ ਵੀ ਮੈਂ ਲੜ ਕੇ ਆਇਆ, ਮੈਂ ਉਹਨਾਂ ਦਾ ਸਾਥ ਦਿੱਤਾ ਜਿੱਥੇ ਕਾਂਗਰਸੀਆਂ ਨੇ ਝੁੱਕ ਕੇ ਇਹ ਠੇਕੇ ਨੂੰ ਖਤਮ ਕਰਨ ਦਾ ਐਲਾਨ ਕੀਤਾ, ਪਰ ਸ਼ਰਮ ਦੀ ਗੱਲ ਹੈ 10 ਦਿਨਾਂ ਤੋਂ ਬਾਅਦ ਫਿਰ ਚਲਾਤਾ। 3.5 ਸਾਲ ਤੱਕ ਇਹ ਸਾਰਾ ਕੁਝ ਚੱਲਦਾ ਰਿਹਾ। ਇਹਦੀ ਕਿਹਦੀ ਰਹਿਨਮਾਈ ਥੱਲੇ ਚੱਲਦਾ ਰਿਹਾ? ਕਿਉਂਕਿ ਆਪਦੇ ਆਪ ਨੂੰ ਆਫਿਸ ਇੰਚਾਰਜ ਜਾਂ ਆਪਦੇ ਆਪ ਨੂੰ ਕਹਿੰਦੇ ਕਾਰਜਕਾਰੀ MLA ਕਹਿੰਦੇ ਹੋਏ ਵੀ ਖੁਸ਼ ਹੁੰਦਾ ਰਿਹਾ। ਪੋਸਟ ਪਾਇਆ ਵੀ ਕਾਰਜਕਾਰੀ MLA ਸਾਹਿਬ ਤਾਂ ਮਿਲਦੇ ਨਹੀਂ, ਕਾਰਜਕਾਰੀ ਕਹਿੰਦਾ ਤੁਸੀਂ ਮੈਨੂੰ ਮੰਨਿਆ ਤਾਂ ਅਸੀਂ ਕਾਰਜਕਾਰੀ MLA। ਉਹਦੀ ਛਤਰ ਛਾਇਆ ਦੇ ਵਿੱਚ ਸਾਰਾ ਕੰਮ ਚੱਲਦਾ ਰਿਹਾ। ਤੇ ਜਿਹੜੀ ਕਲੈਕਸ਼ਨ ਹੁੰਦੀ ਹੈ ਫੀਸ, ਮੰਡੀ ਦੀ ਕਲੈਕਸ਼ਨ ਕੌਣ ਕਰਦਾ? ਮੰਡੀ ਦੀ ਕਲੈਕਸ਼ਨ ਕਰਦਾ ਮਾਰਕੀਟ ਸੈਕਟਰੀ। ਤੇ ਮਾਰਕੀਟ ਸੈਕਟਰੀ ਕੌਣ ਹੈ? ਜਿਹੜਾ ਕਿਸੇ ਟਾਈਮ ਦੇ ਉੱਤੇ ਟਾਈਪ ਕਰਿਆ ਕਰਦਾ ਸੀ ਮਨਪ੍ਰੀਤ ਬਾਦਲ ਦੇ ਦਫ਼ਤਰ ਦੇ ਵਿੱਚ ਜਦੋਂ MLA ਹੁੰਦਾ ਸੀ, ਉਸ ਟਾਈਮ ਦੇ ਉੱਤੇ ਬਲਰਾਜ ਕੀ ਹੈ ਸੈਕਟਰੀ ਦਾ, ਬਲਕਾਰ, ਉਹ ਕਰਿਆ ਕਰਦਾ ਸੀ। ਤੇ ਜਦੋਂ ਉਹ ਕਹਿੰਦੇ ਆ ਵੀ ਇਹ ਇੱਥੇ ਆਏ ਤੇ ਨਾਲ ਹੀ ਉਹ ਉਹਦੇ ਚ ਕਾਹਦੇ ਚ ਆਇਆ, ਆਪਾਂ ਕਹਿੰਦੇ ਹੈ ਮਾਰਕੀਟ ਕਮੇਟੀ ਚ ਆਇਆ। ਉਹ ਕਹਿੰਦੇ ਨਾ ਵਿਆਹ ਦੇ ਨਾਲ ਕੀ ਦਾਜ ਚ, ਬਠਿੰਡੇ ਦੇ ਵਿੱਚ ਨਾਲ ਦਾਜ ਦੇ ਵਿੱਚ ਉਹ ਵੀ ਆਇਆ। ਉਹ ਸੈਕਟਰੀ ਆ ਇੱਥੇ। 3.5 ਸਾਲ ਲੋਕਾਂ ਨੂੰ ਲੁੱਟਦੇ ਰਹੇ। 3.5 ਸਾਲ ਜਦੋਂ ਇਹ ਠੇਕਾ ਹੋਇਆ ਸੀ, ਜਦੋਂ ਅਸੀਂ ਪ੍ਰੋਟੈਸਟ ਕੀਤਾ ਸੀ, ਕਾਂਗਰਸ ਦਾ ਵਰਕਰ ਗੱਪੂ ਜਿਹੜਾ ਨਾਮ ਦਾ ਇੱਕ ਬੰਦਾ ਹੈ, ਜਿਹਦੇ ਨਾਲ ਸਲੀਮ ਵੀ ਹਿੱਸੇਦਾਰ ਸੀ, ਜਿਹੜੀ ਕਲੈਕਸ਼ਨ ਸਲੀਮ ਕਰਦਾ ਹੁੰਦਾ ਸੀ, ਉਦੋਂ ਸਲੀਮ ਕਮਾਊ ਪੁੱਤ ਸੀ ਇਹਨਾਂ ਦਾ। ਤੇ ਜਦੋਂ ਹੁਣ ਰੌਲਾ ਪੈ ਗਿਆ ਵੀ 2 ਨੰਬਰ ਦੇ ਵਿੱਚ ਪਰਚੀਆਂ ਕੱਟਣ ਲੱਗ ਗਏ ਜਾਂ ਹਿਸਾਬ ਕਿਤਾਬ ਪ੍ਰੋਪਰ ਨਹੀਂ ਪਹੁੰਚਿਆ ਸਾਹਿਬਾਂ ਕੋਲੇ, ਤੇ ਅੱਜ ਉਹਦੇ ਤੇ ਪਰਚਾ ਦਰਜ ਕਰਾਤਾ। ਤੇ ਮੈਂ ਕਹਿ ਸਕਦਾ ਕਿ ਇਹ ਪੂਰੀ ਕਲੈਕਸ਼ਨ ਕਰਦੇ ਰਹੇ, ਹੁਣ ਰੌਲਾ ਪੈ ਗਿਆ ਕਲੈਕਸ਼ਨ ਤੋਂ ਬਾਅਦ ਉਹਦੇ ਪਰਚਾ ਦਰਜ ਕਰਾਤਾ। ਇਹ ਮੇਰਾ ਐਲੀਗੇਸ਼ਨ ਹੈ। ਇਸ ਐਲੀਗੇਸ਼ਨ ਤੇ ਫਰਕ ਆ ਜੇ ਤਾਂ ਜਾਂਚ ਹੋ ਜੇ, ਤੇ ਇਹਦੇ ਵਾਸਤੇ ਜਾਂਚ ਵਾਸਤੇ ਮੈਂ ਤਾਂ ਕਹੂੰਗਾ ਵੀ ਸਾਨੂੰ ਜੋਜੋ ਤੋਂ ਖੜਾ ਛਡਾ ਦਿਓ ਭਾਈ, ਤੇ ਮੈਂ ਰਾਜਨੀਤੀ ਤੋਂ ਸੰਨਿਆਸ ਲੈ ਲੂੰਗਾ ਜੇ ਮੈਂ ਗਲਤ ਨਿਕਲ ਗਿਆ ਤਾਂ ਇਹਦੇ ਵਿੱਚ। ਤੇ ਉਹਦੇ ਵਾਸਤੇ ਮਨਪ੍ਰੀਤ ਜੀ ਵਾਸਤੇ ਵੀ ਸਾਨੂੰ ਜੋਜੋ ਤੋਂ ਖੜਾ ਛਡਾ ਦਿਓ, ਗੱਲ ਬਠਿੰਡੇ ਵਾਲੇ ਸੌਖੇ ਹੋ ਜਾਣਗੇ। ਦੂਜੀ ਗੱਲ ਕਰਦੇ ਆ ਕਿ ਧੱਕੇਸ਼ਾਹੀ ਦੀ ਗੱਲ ਕਰਦੇ ਆ। ਉਹ ਲੋਕ ਧੱਕੇਸ਼ਾਹੀ ਦੀ ਗੱਲ ਕਰਦੇ ਆ ਜਿਨ੍ਹਾਂ ਨੇ ਧੱਕੇਸ਼ਾਹੀ ਤੋਂ ਇਲਾਵਾ ਕੁਛ ਕੀਤਾ ਹੀ ਨਹੀਂ। ਮੈਂ ਗੱਲ ਕਰਨੀ ਚਾਹੁੰਦਾ ਕਿ ਬਠਿੰਡਾ ਦੇ ਵਿੱਚ ਅੱਜ ਅਗਨੀ ਢਾਬਾ ਸੁਣਿਆ? ਅਮਰੀਕ ਸਿੰਘ ਰੋਡ ਤੇ ਅਗਨੀ ਢਾਬਾ ਹੈ। ਉੱਥੇ ਕਸੀਨੋ ਚੱਲ ਰਿਹਾ ਹੈ। 5 ਤੋਂ 7 ਲੱਖ ਰੁਪਈਆ ਜਿਹੜਾ ਉਸ ਏਰੀਏ ਨੂੰ ਇੰਸਪੈਕਟਰ ਲਾਇਆ ਗਿਆ, ਕੋਤਵਾਲੀ ਦਾ ਇੰਚਾਰਜ ਲਾਇਆ ਗਿਆ, ਉਹ ਵੀ ਮਨਪ੍ਰੀਤ ਨਾਲ ਸਾਰੀ ਉਮਰ ਰਿਹਾ ਬੰਦਾ ਇੰਚਾਰਜ ਲਾਇਆ ਗਿਆ।
ਉਹਨਾਂ ਦੀ ਆੜ ਦੇ ਵਿੱਚ ਸਾਰੇ ਧੰਦੇ ਹੋ ਰਹੇ ਆ। ਬਠਿੰਡੇ ਸ਼ਹਿਰ ਦੇ ਵਿੱਚ ਕਸੀਨੋ ਵੀ ਹੋ ਗਏ ਤੇ ਬਠਿੰਡੇ ਸ਼ਹਿਰ ਦੇ ਵਿੱਚ ਮਸਾਜ ਸੈਂਟਰ ਵੀ ਖੁੱਲ੍ਹ ਗਏ। ਤੁਹਾਨੂੰ ਸਾਰਿਆਂ ਨੂੰ ਪਤਾ, ਮੈਸੇਜ ਆ ਰਿਹਾ ਲੋਕਾਂ ਨੂੰ ਮਸਾਜ ਦਾ। ਇਹ ਕੌਣ ਕਰ ਰਿਹਾ? ਇਹ ਸਾਰਾ ਕੁਝ ਜਿਹੜਾ ਦਫ਼ਤਰ ਸੰਭਾਲ ਰਿਹਾ ਜਾਂ ਮੇਰੇ ਤੇ ਇਲਜ਼ਾਮ ਲਾਉਣ ਵਾਲਾ ਜੈਜੀਤ ਸਿੰਘ ਚੌਲ ਦੀ ਨਿਗਾਹਸ਼ਾਨੀ ਦੇ ਵਿੱਚ ਸਾਰਾ ਕੁਝ ਹੋ ਰਿਹਾ। ਮੈਂ ਹੁਣ ਗੱਲ ਕਰਨਾ ਚਾਹੁੰਦਾ ਟਰੱਕ ਯੂਨੀਅਨ ਦੀ। ਜਦੋਂ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੁੰਦੀ ਸੀ ਤੇ ਜਿਹੜੇ ਟਰੱਕ ਆਪਰੇਟਰ ਹੁੰਦੇ ਸੀ ਜਾਂ ਉਹਨਾਂ ਦੀ ਕਮੇਟੀ ਹੁੰਦੀ ਸੀ, ਜੋ ਬਠਿੰਡੇ ਦੇ ਵਿੱਚੋਂ ਗੱਲਾ ਜਿਹਨੂੰ ਕਹਿੰਦੇ ਆ ਚੌਲ ਚੱਕਣ ਨੂੰ, ਕਣਕ ਚੱਕਣ ਨੂੰ, ਜਾਂ ਜਿਹੜੀ ਫਸਲ ਮੰਡੀਆਂ ਦੇ ਵਿੱਚ ਆਉਂਦੀ ਹੈ ਉਸ ਫਸਲ ਨੂੰ ਚੱਕਣ ਵਾਸਤੇ ਹਮੇਸ਼ਾ ਹੀ ਅਸੀਂ ਟਰੱਕ ਆਪਰੇਟਰਸ ਨੂੰ ਪ੍ਰਾਇਓਰਟੀ ਦਿੱਤੀ ਤੇ ਆਪਰੇਟਰਸ ਨੂੰ ਪ੍ਰਾਇਓਰਟੀ ਦੇ ਕੇ ਉਹ ਟਰੱਕ ਆਪਰੇਟਰ ਨੂੰ ਹੀ ਜਿੰਨੇ ਪੈਸੇ ਲੈਂਦੇ ਬਣਦਾ ਰਿਹਾ ਕਿਰਾਇਆ ਉਹਨਾਂ ਨੂੰ ਦਿੰਦੇ ਰਹੇ। ਅੱਜ ਉਹ ਟਰੱਕ ਆਪਰੇਟਰ ਜਿਹੜੇ ਝਾਕ ਰਹੇ ਆ ਤੇ ਉੱਥੇ ਮਨਪ੍ਰੀਤ ਸਿੰਘ ਬਾਦਲ ਦੇ ਖਾਸਮਖ ਸਾਹਿਬ, ਗਿੱਦਾੜਵਾ ਨਾਲ ਲਿੰਕਡ, ਪ੍ਰਧਾਨ ਐਂਡ ਕੰਪਨੀ ਦੇ JB ਕੰਟਰੈਕਟਰਸ ਦੇ ਨਾਮ ਦੇ ਉੱਤੇ ਇਹ ਟੈਂਡਰ ਪਵਾ ਕੇ 10,000 ਰੁਪਏ ਵਾਲਾ ਟਰੱਕ ਦਾ ਜਿਹੜਾ ਭਾੜਾ ਹੈ 6500 ਰੁਪਇਆ ਟਰੱਕ ਆਪਰੇਟਰ ਨੂੰ ਦੇ ਰਹੇ ਆ। ਇਹ ਵੀ ਬਠਿੰਡਾ ਦੇ ਵਿੱਚ ਇਹਨਾਂ ਦੀ ਸਰਪ੍ਰਸਤੀ ਥੱਲੇ ਹੋ ਰਿਹਾ ਹੈ। ਇਹ ਵੀ ਤੁਹਾਨੂੰ ਮੈਂ ਇਹਦੀਆਂ ਕਾਪੀਆਂ ਵੀ ਮੈਂ ਤੁਹਾਨੂੰ ਦੇ ਦੂੰਗਾ। ਆਹ ਸਾਰੀਆਂ ਕਾਪੀਆਂ ਬਹੁਤ ਆ ਇਹਦੇ ਵਿੱਚ ਜਿਹੜੀਆਂ ਮੈਂ ਦੇ ਦੂੰਗਾ। ਕਬਜ਼ੇ ਬਠਿੰਡੇ ਸ਼ਹਿਰ ਦੇ ਵਿੱਚ ਕਬਜ਼ਿਆਂ ਦੀ ਭਰਮਾਰ ਹੈ। ਬਠਿੰਡੇ ਸ਼ਹਿਰ ਦੇ ਵਿੱਚ ਬਰਨਾਲਾ ਬਾਈਪਾਸ ਦੇ ਹਰਨਾਮ ਲੱਖੀ ਕੀ ਥਾਂ ਦੇ ਉੱਤੇ ਕਬਜ਼ਾ ਹੋਇਆ ਹੋਇਆ ਹੈ। ਉਹ ਜਗਜਾਰ ਹੈ। ਇੱਥੇ ਅਜੀਤ ਰੋਡ ਤੇ ਕਬਜ਼ਾ ਹੋਇਆ ਹੈ, ਉਹ ਜਗਜਾਰ ਹੈ। ਦਾਣਾ ਮੰਡੀ 'ਚ ਕਬਜ਼ਾ ਹੋਇਆ ਹੈ, ਉਹ ਜਗਜਾਰ ਹੈ। ਮਤਲਬ ਕਬਜ਼ੇ ਹੀ ਕਬਜ਼ੇ ਹੋ ਰਹੇ ਆ। ਇਹ ਕਿਹਦੀ ਛਤਰਛਾਇਆ 'ਚ ਹੋ ਰਹੇ ਆ? ਇਹ ਵੀ ਇਸ ਮਨਪ੍ਰੀਤ ਸਿੰਘ ਬਾਦਲ ਦੀ ਟੀਮ ਜਿਹੜੀ ਬਠਿੰਡੇ ਨੂੰ, ਸ਼ਹਿਰ ਨੂੰ ਸੰਭਾਲਣ ਵਾਸਤੇ ਲੱਗੀ ਹੋਈ ਹੈ, ਉਹ ਸਾਰਾ ਕੁਝ ਉਸ ਟੀਮ ਦੀ ਦੇਖ ਰੇਖ ਦੇ ਵਿੱਚ ਹੋ ਰਿਹਾ। ਮੈਂ ਤਾਂ ਇਹ ਕਹਿਣਾ, ਤੁਹਾਡੇ ਰਾਹੀਂ ਮੈਂ ਕਹਿਣਾ ਚਾਹੁੰਦਾ ਕਿ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਹੋਈਆਂ, ਇਹ ਸਾਰੇ ਕਬਜ਼ੇ ਵੀ ਹੋ ਰਹੇ ਆ। ਟਰੱਕ ਯੂਨੀਅਨ ਦੇ ਕਬਜ਼ੇ, ਗੁੰਡਾ ਟੈਕਸ ਲੱਗ ਰਿਹਾ ਹੈ, ਮਾਰਕੀਟ ਕਮੇਟੀ 'ਚ ਗੁੰਡਾ ਟੈਕਸ ਲੱਗ ਰਿਹਾ ਹੈ, ਜਾਂ ਜੋ ਵੀ ਕਾਰਪੋਰੇਸ਼ਨ ਦਾ ਨਕਸ਼ਾ ਪਾਸ ਹੋ ਰਿਹਾ ਤਾਂ ਵੀ ਕਾਰਪੋਰੇਸ਼ਨ 'ਚ ਇਹਨਾਂ ਕੋਲੇ ਜਾ ਰਿਹਾ ਹੈ। ਇਹ ਸਾਰਾ ਕੁਝ ਜਿਹੜਾ ਹੈਗਾ ਬੜਾ ਤਗੜਾ ਧੰਦਾ ਇਹਨਾਂ ਨੇ ਚਲਾ ਰੱਖਿਆ। ਬਹੁਤ ਬੁਰਾ ਹਾਲ ਹੈ। ਜਿਹੜੇ ਮੇਰੇ ਤੇ ਐਲੀਗੇਸ਼ਨ ਲਾਏ ਹੈ, ਮੈਂ ਕਹਿੰਦਾ ਕਿ ਇਹਦਾ ਸੱਚ ਹੋਣਾ ਚਾਹੀਦਾ। ਇਹ ਕਰਾ ਲੈਣ, ਇਹ ਸਿਟਿੰਗ ਜੱਜ ਤੋਂ ਜਾਂਚ ਕਰਾ ਲੈਣ। ਜੋ ਮੈਂ ਐਲੀਗੇਸ਼ਨ ਲਾਏ ਹੈ ਸਾਰਿਆਂ ਦੇ ਸਿਟਿੰਗ ਜੱਜ ਤੋਂ ਜਾਂਚ ਕਰਾ ਲੈਣ। ਮੈਂ ਗਲਤ ਸਾਬਤ ਹੋਣਾ ਤੇ ਤੁਸੀਂ ਕਹੋਗੇ ਮੇਰੇ ਵਾਸਤੇ ਤਾਂ, ਤੁਸੀਂ ਤਾਂ 100 ਦੀ ਗਿਣਤੀ 'ਚੋਂ ਮੇਰੇ ਵਾਸਤੇ 5 ਬੰਦਿਆਂ ਦੀ ਪੰਚਾਇਤ ਹੀ ਵੱਡੀ ਹੁੰਦੀ ਹੈ। 5 ਬੰਦੇ ਮੇਰੇ ਵਾਸਤੇ ਬਹੁਤ ਵੱਡੀ ਗੱਲ ਹੈ। ਜਿਹੜੀ ਮੈਂ ਮੂੰਹ 'ਚੋਂ ਗੱਲ ਕਰ ਰਿਹਾ, ਮੇਰੇ ਤੇ ਇੱਕ ਵੀ ਐਲੀਗੇਸ਼ਨ, ਬਠਿੰਡੇ ਸ਼ਹਿਰ ਦਾ ਇੱਕ ਵੀ ਬੰਦਾ ਐਲੀਗੇਸ਼ਨ ਲਾ ਦੇ ਮੈਥੋਂ ਪੈਸੇ ਲੈ ਲੇ, ਜਾਂ ਇਹਦੇ 'ਚ ਇੱਕ ਵੀ ਐਲੀਗੇਸ਼ਨ ਹੈ, ਮੈਂ ਰਾਜਨੀਤੀ ਤੋਂ ਸੰਨਿਆਸ ਲਵਾਂਗਾ। ਠੀਕ ਹੈ? ਤੇ ਜੇ ਇਹਨਾਂ ਤੇ ਆਉਂਦੀ ਹੈ ਤਾਂ ਇਹ ਆਪਦੀ ਆਪ ਲੋਕਾਂ ਨੂੰ ਦੱਸਣ ਵੀ ਅਸੀਂ ਕੀ ਕਰਾਂਗੇ। ਹੋ ਗਏ ਸਾਰੇ ਪੁਆਇੰਟ ਕੋ? ਇਹ ਸਾਰੇ ਕਾਗਜ਼ ਮੈਂ ਤੁਹਾਨੂੰ ਦਿੰਦਾ ਜੀ। ਤੇ ਮਟੀਰੀਅਲ ਮੇਰੇ ਕੋਲ ਹੋਰ ਵੀ ਤਿਆਰ ਹੈ, ਮੈਂ ਕੱਲ ਹੋਰ ਕੱਢ ਕੇ ਲਿਆਉਂਗਾ। ਉਸ ਤੋਂ ਬਾਅਦ ਫੇਰ ਕੱਲ੍ਹ ਮੈਂ ਫੇਰ ਕੱਢ ਕੇ ਲਿਆਉਂਗਾ। ਮਟੀਰੀਅਲ ਦੀ ਕੋਈ ਕਮੀ ਨਹੀਂ ਹੈ ਮੇਰੇ ਕੋਲ। ਦੱਸਣ ਮੇਰੇ ਕੋਲ ਕਹਿਣ ਨੂੰ ਬੜਾ ਕੁਛ ਹੈ। ਸਿੰਗਲਾ ਸਾਹਿਬ, ਫਿਰ ਉਹਨਾਂ ਨੂੰ ਉਡੀਕਦੇ ਹੋ ਤੁਸੀਂ, ਆਪਦੇ ਆਪ ਕਿਉਂ ਨਹੀਂ ਕੱਢਦੇ? ਕਿਉਂਕਿ ਤੁਹਾਡੇ ਤੇ ਕੋਈ ਦੋਸ਼ ਨਾਲ ਉਸ ਤੋਂ ਬਾਅਦ ਹੀ ਕੱਢਣੇ ਆ। ਨਹੀਂ ਜੀ, ਮੈਂ ਤਾਂ ਇਹ ਸਾਰੇ ਲੋਕਾਂ ਨੂੰ ਰੋਜ਼ ਹੀ ਕਹਿ ਰਿਹਾ। ਮੈਂ ਰੋਜ਼ ਹੀ ਫੇਸਬੁੱਕ 'ਤੇ ਪਾ ਰਿਹਾ, ਮੈਂ ਰੋਜ਼ ਹੀ ਡੇਲੀ ਪਾ ਰਿਹਾ ਸਾਰੇ ਕੁਛ ਵਾਸਤੇ।
ਇਹਦੇ 'ਚ ਕੋਈ ਮੈਂ ਨਹੀਂ ਸ਼ਸਤਰ ਰੱਖੇ ਹੋਏ ਨੇ, ਹੈ ਨਹੀਂ ਸ਼ਸਤਰ ਵਜੋਂ ਰੱਖੇ ਹੋਏ ਨੇ। ਨਹੀਂ ਸ਼ਸਤਰ ਨਹੀਂ, ਸ਼ਸਤਰ ਜਿਵੇਂ ਜਿਵੇਂ ਸਾਡੇ ਕੋਲ ਹੋਈ ਜਾਂਦਾ ਇਸ ਤੋਂ ਬਾਅਦ ਦੇ ਵਿੱਚ ਅਸੀਂ ਜਿਹੜੀਆਂ ਕੀ ਕਹਿੰਦੇ ਆ ਉਹਦੀ ਕਾਪੀਆਂ ਕਢਵਾਈ ਜਾਂਦੇ ਆ, RTI ਦੀਆਂ ਕਾਪੀਆਂ ਕਢਾਈ ਜਾਂਦੇ ਆ, ਜਿਹੜਾ ਇਹਨਾਂ ਨੇ ਰਾਸ਼ਨ ਵੰਡਿਆ ਹੈ ਉਹਦੀਆਂ ਕਾਪੀਆਂ ਕਢਾਈ ਜਾਂਦੇ ਆ, ਜਿਹੜੇ ਇਹਨਾਂ ਨੇ ਕਾਰਡ ਕੱਟੇ ਆ ਵੀ ਦਸੰਬਰ 'ਚ ਕਾਰਡ 15,000 ਤੇ ਜਨਵਰੀ 'ਚ ਆ ਗਿਆ 12,000 ਤੇ ਫਰਵਰੀ 'ਚ ਆ ਗਿਆ 10,000 ਹੈ ਨਹੀਂ ਤੇ ਮਾਰਚ 'ਚ ਆ ਗਿਆ 8,000। ਇਹ ਜਿਹੇ ਬਹੁਤ ਸਾਡੇ ਕੋਲ ਹੈਗੇ ਆ ਜਿਹਨੂੰ ਕੱਢਣ ਨੂੰ ਟਾਈਮ ਲੱਗਦਾ। ਇਹ ਸਾਰਾ ਕੁਛ ਕਿਉਂਕਿ ਅਸੀਂ ਆਪੋਜੀਸ਼ਨ 'ਚ ਹੈ, ਸਰਕਾਰ ਹੁੰਦੀ ਆ ਸਾਰਾ ਕੁਝ ਮੰਗਾਏ ਕਰ ਲਈਦਾ, ਹੁਣ ਤਾਂ ਹੌਲੀ ਹੌਲੀ ਕਢਾਉਣੇ ਪੈਂਦੇ ਆ, ਉਹ ਸਾਰੇ ਕਢਾ ਰਹੇ। ਪਹਿਲਾਂ ਕੌਣ ਬੰਦਾ ਕਿਹਦਾ ਹੁੰਦਾ ਇਹ ਦੱਸੋ। ਤੁਸੀਂ ਸਾਰੇ ਬੈਠੇ ਹੋ, ਮੇਰਾ ਕਿਹੜਾ ਬੰਦਾ ਨਹੀਂ ਹੈ? ਤੁਸੀਂ ਸਾਰੇ ਸਲੀਮ ਤੇ ਗੱਲ ਹੈਗੀ ਆਪਣੀ। ਮੈਂ ਇਹ ਕਹਿਣਾ ਹੈ ਵੀ ਜਿਹੜਾ ਬੰਦਾ ਕਾਂਗਰਸ ਦੇ ਰਾਜ 'ਚ ਠੇਕਾ ਲੈ ਰਿਹਾ, ਕਾਂਗਰਸ ਦੇ ਵਰਕਰਾਂ ਨਾਲ ਠੇਕਾ ਲੈ ਰਿਹਾ, ਉੱਥੇ ਬਿਜ਼ਨਸ ਕਰ ਰਿਹਾ, ਉਹਨੂੰ ਤੁਸੀਂ ਕਿਹਦਾ ਬੰਦਾ ਕਹੋਗੇ? ਉਹਨੇ ਕਿਹਾ ਮੇਰਾ ਖਾਸ ਦੋਸਤ ਹੈ, ਮੇਰਾ ਬਹੁਤ ਪੁਰਾਣਾ ਮੇਰਾ ਮਿੱਤਰ ਹੈ, ਉਹਨੇ ਗੱਲ ਕਹੀ ਹੈ ਗੱਲ। ਹਾਂ ਗੱਲ ਸਹੀ ਹੈ। ਹਾਂ ਉਹ ਕਹਿੰਦੇ ਕੰਮ ਇਹਦਾ ਚੱਲ ਰਿਹਾ ਸੋਚੋ ਅਤੇ ਫਿਰ ਇਹਨਾਂ ਨੂੰ ਰਿਜ਼ਾਈਨ ਕਰ ਜਾਣਾ, ਕੀ ਕਰਾਉਣਾ ਕੀ ਹੈ? ਮਨਪ੍ਰੀਤ ਵੀ ਰਿਜ਼ਾਈਨ ਕਰ ਜੇ, ਕਿਉਂਕਿ ਇਕੱਲਾ ਬਠਿੰਡਾ ਦਾ ਸਮਝਦਾ ਨਹੀਂ। ਜੇ ਸਰੂਪ ਸਿੰਗਲੇ ਦੇ ਥਰੂ ਤੇ ਸਾਰਾ ਹੀ ਚੱਲ ਰਿਹਾ ਹੈ ਵੀ ਹੁਣ ਵੀ ਸਰੂਪ ਸਿੰਗਲਾ ਦਾ ਬਹੁਤ ਵੱਡਾ ਫਿਰ ਉਹ ਹੋ ਗਿਆ ਵੀ ਜਿਹੜਾ ਇਹਨਾਂ ਤੋਂ ਸਮਝਦਾ ਹੀ ਨਹੀਂ ਹੈ ਵੀ ਇਹਨਾਂ ਦੇ ਹੁੰਦੇ ਹੋਏ, ਇਹਨਾਂ ਦੀ ਸਰਕਾਰ ਦੇ ਹੁੰਦੇ ਹੋਏ, ਇਹਨਾਂ ਦੇ ਰਿਸ਼ਤੇਦਾਰ ਦੇ ਹੁੰਦੇ ਹੋਏ, ਬੱਚੇ ਨੂੰ ਜਾਣਦੇ ਹੁੰਦੇ ਹੋਏ, ਡੇਲੀ ਬਠਿੰਡਾ 'ਚ ਹਾਜ਼ਰੀ ਹੁੰਦੇ ਹੋਏ ਵੀ ਇੱਕ ਸਰੂਪ ਸਿੰਗਲਾ ਵੀ ਮੰਡੀ 'ਤੇ ਕਬਜ਼ਾ ਕਰੀ ਬੈਠਾ ਹੈ, ਤੇ ਫਿਰ ਤਾਂ ਇਹਨਾਂ ਦੇ ਕੋਲ ਇਹਨਾਂ ਨਲਾਇਕੀ ਹੈ, ਫਿਰ ਇਹਨਾਂ ਕੋਲ ਕੱਢਣ ਪਾਉਣ ਨੂੰ ਕੁਛ ਨਹੀਂ। ਦੇਖੋ ਇਹ ਜੀ ਜੋਜੋ ਨੂੰ ਜੋਜੋ ਤੋਂ ਨਾ ਤਾਂ ਮੈਨੂੰ ਸਰਟੀਫਿਕੇਟ ਲੈਣ ਦੀ ਲੋੜ ਹੈ, ਮੈਂ ਤਾਂ ਅੱਜ ਵੀ ਜਾਊਂਗਾ, ਅੱਜ ਵੀ 1000 ਬੰਦਾ ਇਕੱਠਾ ਹੋ ਜਾਊਗਾ। ਇਹਦਾ ਮਤਲਬ ਇਕੱਲਾ ਜੋਜੋ ਪਾਪ ਪਵਿੱਤਰ ਹੋ ਗਿਆ, ਬਾਕੀ ਸਾਰੇ ਸ਼ਹਿਰ ਦੇ ਗੰਦ ਹੋ ਗਏ ਜਾਂ ਝੂਠੇ ਹੋ ਗਏ। ਜਾਂ 400 ਬੰਦਾ ਇਕੱਠਾ ਹੋ ਜਾਂਦਾ ਰੇਹੜੀ ਵਾਲਾ ਮੇਰੇ ਜਾਣ 'ਤੇ, ਤਾਂ ਇਹਦਾ ਮਤਲਬ ਇਕੱਲਾ ਜੋਜੋ ਸਹੀ ਹੋ ਗਿਆ ਕਿ 400 ਬੰਦਾ ਸਾਰਾ ਚੋਰ ਹੋ ਗਿਆ ਜਾਂ ਸਰੂਪ ਸਿੰਗਲਾ ਹੀ ਚੋਰ ਹੋ ਗਿਆ। ਜੇ ਅੱਜ ਕਿਸੇ ਬੰਦੇ ਦੇ ਨਾਲ ਜਾਣ 'ਤੇ ਖੜੇ ਹੁੰਦੇ ਆ ਬੰਦੇ, ਤਾਂ ਖੜੇ ਹੁੰਦੇ ਆ ਜੋਜੋ ਸਾਹਿਬ ਜੇ ਕਿਸੇ ਨੂੰ ਲੋਕ ਪਿਆਰ ਕਰਦੇ ਆ। ਤੁਹਾਡੇ ਨਾਲ ਨਹੀਂ ਖੜੇ ਹੁੰਦੇ, ਤੁਸੀਂ ਖੜੇ ਕਰਕੇ ਦੇਖ ਲਓ ਕਿੰਨੇ ਖੜੇ ਹੁੰਦੇ ਆ। ਜਿਹੜਾ ਇਹਨਾਂ ਦੇ ਕਰਨ ਨਾਲ ਤਾਂ ਕੁਝ ਵੀ ਨਹੀਂ ਹੋ ਰਿਹਾ ਸ਼ਹਿਰ 'ਚ। ਇਹਨਾਂ ਦੇ ਹੋਣ ਨਾਲ ਤਾਂ ਇਕੱਲੀ ਜਿਹੜੇ ਇਹਨਾਂ ਨੇ ਪਾਸ ਵੰਡ ਕੇ ਸਬਜ਼ੀ ਮੰਡੀ ਦੇ ਵਿੱਚ ਕਾਲਾਬਾਜ਼ਾਰੀ ਕਰੀ ਗਏ ਆ, ਉਹੀ ਹੁੰਦੀ ਆ। ਸਬਜ਼ੀ ਮੰਡੀ ਦੇ ਵਿੱਚ ਆਪਦੇ ਬੰਦਿਆਂ ਨੂੰ ਪਾਸ ਦੇ ਕੇ ਜਿਹੜੀ ਸਬਜ਼ੀ ਡੱਬ ਵਾਲੀ ਦੇ ਵਿੱਚ 10 ਰੁਪਏ ਵਿਕਦੀ ਸੀ, ਇੱਥੇ 100 ਰੁਪਏ ਵਿਕੀ। ਜਿਹੜਾ ਫਰੂਟ 25 ਰੁਪਏ ਵਿਕਦਾ ਸੀ, ਇੱਥੇ 200 ਰੁਪਏ ਵਿਕਿਆ, ਕਿਉਂਕਿ ਇਹਨਾਂ ਨੇ ਆਪਦੇ ਬੰਦਿਆਂ ਨੂੰ ਪਾਸ ਦੇ ਕੇ ਸਬਜ਼ੀਆਂ ਵਿਕਵਾਈਆਂ। ਉਹਦੇ ਕਾਰਨ ਹੋਇਆ ਕਿ ਸ਼ਹਿਰ ਵਾਲੇ ਜਿਹੜੇ ਹੈਗੇ ਆ, ਇਹਨਾਂ ਦੀ ਲੁੱਟ ਦਾ ਸ਼ਿੰਗਾਰ ਹੋ, ਕਰੋੜਾਂ ਰੁਪਈਆ ਜਿਹੜਾ ਇਹਨਾਂ ਨੇ ਇਕੱਠਾ ਕੀਤਾ। ਏਮਸ ਦੇ ਵਿੱਚ ਜੋ ਬਜਰੀ ਬਰੇਤੀ ਆ ਰਹੀ ਹੈ ਉਹਦੇ ਚੱਲ ਰਿਹਾ, ਠੀਕ ਹੈ। ਗੁੰਡਾ ਟੈਕਸ, ਜਿਹੜੀਆਂ ਬਿਲਡਿੰਗਾਂ ਬਣ ਰਹੀਆਂ, ਇਨਲੀਗਲ ਬਿਲਡਿੰਗਾਂ ਬਣ ਰਹੀਆਂ, ਕੋਈ ਨਕਸ਼ਾ ਨਹੀਂ, ਕੋਈ ਪਾਸ ਨਹੀਂ। ਜਿਹੜਾ ਜਾ ਕੇ ਇਹਨਾਂ ਕੋਲੇ ਗ੍ਰੀਨ ਲੈਟਰ ਲਿਆਵੇ, ਉੱਥੇ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ, ਉੱਥੇ ਗੁੰਡਾ ਟੈਕਸ ਚੱਲ ਰਿਹਾ। ਰਿਫਾਈਨਰੀ ਦੇ ਵਿੱਚ ਗੁੰਡਾ ਟੈਕਸ ਚੱਲ ਰਿਹਾ, ਠੀਕ ਹੈ। ਸਬਜ਼ੀ ਮੰਡੀ ਦੇ ਵਿੱਚ ਗੁੰਡਾ ਟੈਕਸ ਚੱਲ ਰਿਹਾ। ਸ਼ਰਾਬ ਮਾਫੀਆ, ਗੁਰੇਜ਼ ਮਾਫੀਆ, ਇਹਦੇ 'ਚ ਕੁਛ ਸ਼ਰਾਬ ਮਾਫੀਆ ਤਾਂ ਤੁਸੀਂ ਸਾਰਿਆਂ ਨੇ ਦੇਖਿਆ ਕਿ ਬਠਿੰਡੇ ਸ਼ਹਿਰ ਦੇ ਵਿੱਚ ਲਾਕਡਾਊਨ ਦੇ ਦਰਮਿਆਨ ਜਿੰਨੀ ਵੀ ਸ਼ਰਾਬ ਵਿਕੀ ਹੈ, ਠੇਕੇਦਾਰਾਂ ਨੂੰ ਉਹਦੇ ਪੈਸੇ ਮਾਫ ਹੋ ਗਏ ਲਾਕਡਾਊਨ ਦੇ, ਤੇ ਇਹਨਾਂ ਨੇ ਮਤਲਬ ਪਤਾ ਨਹੀਂ ਕਿੰਨੇ ਪੈਸੇ ਜਿਹੜੇ ਹੈਗੇ ਉਹ 'ਚੋਂ ਕਮਾਈ ਕੀਤੀ, ਉਹ ਸਾਰਾ ਮਿਸਾਂ 50 ਕਰੋੜ ਦਾ ਘਪਲਾ ਜਿਹੜਾ ਚੱਲ ਰਿਹਾ। ਉਹ ਤਾਂ ਮਨਪ੍ਰੀਤ ਸਿੰਘ ਬਾਦਲ ਤੋਂ ਮਾਫੀ ਮੰਗ ਕੇ ਨਾ ਸਾਰਾ ਸਾਫ਼ ਹੋ ਗਿਆ। ਜਿਹੜਾ 6000 ਕਰੋੜ ਦਾ ਜਿਹੜਾ ਹੋਇਆ ਸੀਗਾ, ਉਹ ਤਾਂ ਇੱਕੋ ਹੀ ਗੱਲ ਸੀ ਵੀ ਮਨਪ੍ਰੀਤ ਸਿੰਘ ਬਾਦਲ ਕੋਲੋਂ ਜਾ ਕੇ ਉਹਨਾਂ ਨੇ ਮਾਫੀ ਮੰਗ ਲਈ ਵੀ ਸਾਥੋਂ ਗਲਤੀ ਹੋ ਗਈ, ਤੇ ਮਨਪ੍ਰੀਤ ਸਿੰਘ ਬਾਦਲ ਨੇ ਤਥਾਸਤੂ ਕਹਿਦਾ ਵੀ ਚਲੋ ਕੋਈ ਗੱਲ ਨਹੀਂ 6000 ਕਰੋੜ ਰੁਪਇਆ। ਸਰਕਾਰ ਕਿਹਦੀ ਹੈ? ਚਾਹ ਕੇ 2 ਮਿੰਟ ਲੱਗਣਗੇ ਪਰਚਾ ਦੇਣ ਤੇ ਵੀ ਸਰੂਪ ਸਿੰਗਲਾ ਤੇ ਕਰ ਦਿਓ ਪਰਚਾ ਦਰਜ। ਜੇ ਸਰੂਪ ਸਿੰਗਲਾ ਗੁੰਡਾ ਟੈਕਸ ਲੈ ਰਿਹਾ ਹੈ ਤਾਂ ਦਰਜ ਕਰ ਦਿਓ। ਇੱਕ ਅੱਧਾ ਕਿਲੋ ਪਾਈਆ ਸਬਜ਼ੀ ਦਾ ਰਵਾਦਾਰ ਨਹੀਂ ਮੈਂ ਹੋ ਸਕਦਾ, ਇੱਕ ਪਾਈਆ ਸਬਜ਼ੀ ਦਾ ਵੀ ਸਬਜ਼ੀ ਮੰਡੀ ਦੇ ਵਿੱਚ। ਤੁਸੀਂ ਗੱਲ ਮੰਨਦੇ ਹੋ ਸਲੀਮ ਗਲਤ ਕੰਮ ਕਰ ਰਿਹਾ ਸੀ ਉੱਥੇ? ਉਹਨੇ ਗੱਡੀ ਦਾ ਠੇਕਾ ਲੈ ਕੇ ਪੈਸੇ ਇਕੱਠੇ ਕਰ ਰਿਹਾ ਸੀਗਾ, ਉੱਤੇ ਜਿਵੇਂ ਲਾਇਆ ਇਲਜ਼ਾਮ ਲਗਾਇਆ ਜੀ। ਮੈਨੂੰ
ਜਿਹੜੇ ਇਲਜ਼ਾਮ ਲਾਏ ਆ, ਇਹਨਾਂ ਦੇ ਇਲਜ਼ਾਮਾਂ ਦੇ ਵਿੱਚ ਉਹਨੂੰ ਪਤਾ ਹੀ ਨਹੀਂ ਇਲਜ਼ਾਮ ਕੀ ਲਾਇਆ। ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿ ਰਿਹਾ ਕਿ ਸਲੀਮ ਦਾ ਜਿਹੜਾ ਰੌਲਾ ਪਿਆ ਹੈ, ਪੈਸੇ ਦੀ ਵੰਡ ਵੰਡਾਈ ਦਾ ਰੌਲਾ ਪਿਆ, ਤੇ ਪੈਸੇ ਦੀ ਵੰਡ ਵੰਡਾਈ ਦੇ ਵਿੱਚ ਜੋਜੋ ਗਲਤ ਹੈ, ਸਲੀਮ ਗਲਤ ਹੈ ਕਿ ਉਹਨਾਂ ਦਾ ਸੈਕਟਰੀ ਗਲਤ ਹੈ, ਉਹਦਾ ਜਾਂਚ ਤੋਂ ਪਤਾ ਲੱਗੂ ਨਾ, ਜਾਂਚ ਕਰਾ ਲਓ। ਇਹਦਾ ਤੁਸੀਂ ਕਹਿੰਦੇ ਆ ਨਾਲ ਪਰਚਾ ਦਿੱਤਾ ਸਜਣੀ ਤੇ, ਜਿਹਦੀ ਛਤਰਛਾਇਆ ਦੇ ਵਿੱਚ ਹੋ ਰਿਹਾ ਹੈ, ਤੇ ਉਹ ਤੇ ਕਿਹੜੀ ਪਰਚਾ ਦਿੱਤਾ ਮਾਰਕੀਟ ਸੈਕਟਰੀ ਦਾ। ਇਹ ਕਹਿ ਰਿਹਾ ਵੀ ਪਰਚੀਆਂ ਕੱਟੀਆਂ ਜਾ ਰਹੀਆਂ ਉੱਥੇ, ਤੇ ਮਾਰਕੀਟ ਸੈਕਟਰੀ ਦੀ ਡਿਊਟੀ ਹੁੰਦੀ ਹੈ ਡੇਲੀ ਤੜਕੇ ਉੱਠ ਕੇ ਸਬਜ਼ੀ ਪਕਾਉਣੀ, ਕੋਲੇ ਖੜ ਕੇ ਪੈਸੇ ਕਲੈਕਟ ਕਰਨੇ। ਉਹ ਕਲੈਕਸ਼ਨ ਕਰਦਾ ਰਿਹਾ ਹੈ, ਤੇ ਇਹਨਾਂ ਨੇ ਇਨਲੀਗਲ ਕਲੈਕਸ਼ਨ ਕੀਤੀ ਹੈ, ਰੇਹੜੀਆਂ ਦੀਆਂ ਪਰਚੀਆਂ ਕੱਟੀਆਂ ਇਨਲੀਗਲ। ਇਹਨਾਂ ਦਾ ਦੋਸ਼ ਇਹੀ ਹੈ ਨਾ, ਤਾਂ ਫਿਰ ਇਹ ਕਟਵਾਈਆਂ ਕਿ ਨਹੀਂ ਮਾਰਕੀਟ ਸੈਕਟਰੀ ਨੇ ਕਮਾਈਆਂ? ਮਾਰਕੀਟ ਕਮੇਟੀ ਦੇ ਸੈਕਟਰੀ ਤੇ ਇਹਨਾਂ ਨੇ ਪਰਚਾ ਕਿਉਂ ਨਹੀਂ ਦਰਜ ਕੀਤਾ? ਜਾਂਚ ਰੱਖਿਆ ਨਾਲ ਨਹੀਂ, ਜਾਂਚ ਹੀ ਨਹੀਂ ਰੱਖਿਆ। ਉਹਨਾਂ ਦਾ ਕਮਾਊ ਪੁੱਤ ਹੈ, ਉਹ ਨਾਲ ਆਇਆ ਵਾ, ਦੇਸ਼ 'ਚ ਆਇਆ ਵਾ। ਮੈਂ ਤੁਹਾਨੂੰ ਤੁਸੀਂ ਕਿਹਾ ਬਲੇਮ ਗੇਮ ਦੇ ਵਿੱਚ, ਦਿਸ ਇਜ਼ ਯੂਰ ਰਾਈਟ ਟੂ ਸੇ ਨਹੀਂ ਸਮਝ, ਤੁਸੀਂ ਕਿਹਾ ਬਲੇਮ ਗੇਮ 'ਚ, ਵੀ ਬਲੇਮ ਗੇਮ 'ਚ, ਠੀਕ ਹਾਂ, ਮਤਲਬ ਬਲੇਮ ਗੇਮ ਦੇ ਵਿੱਚ ਬਲੇਮ ਗੇਮ ਨਾਲ ਨਹੀਂ ਕਹਿ ਸਕਦੇ। ਹਾਂ, ਬਲੇਮ ਗੇਮ ਇਜ਼ ਔਨ ਅ ਸੈਪਰੇਟ ਸਾਈਡ। ਜਿਹੜੀਆਂ ਸਿਟੀ ਦੀਆਂ ਪ੍ਰੋਬਲਮਸ ਨੇ ਉਹ ਸੈਟ ਸਾਈਡ ਕਿਉਂ ਹੋ ਰਹੀਆਂ ਨੇ? ਜਿਹੜੇ ਸਿਟੀ ਕਿਉਂ, ਕਾਰਨ ਕੀ ਹੈ? ਕਿ ਤੁਸੀਂ 3.5 ਸਾਲ ਹੋ ਗਏ ਸਰਕਾਰ ਨੂੰ ਆਈ ਨੂੰ, 1 ਰੁਪਏ ਦਾ ਫੰਡ ਇਹਨਾਂ ਨੇ ਕਾਰਪੋਰੇਸ਼ਨ ਦਿੱਤਾ। ਇਹਨਾਂ ਨੇ ਗਿੱਦੜਵੇ ਤੋਂ ਲਿਆ ਕੇ ਜਿਹੜਾ ਆਪ ਦਾ ਪਰਸਨਲ ਬੰਦਾ ਇੰਪਰੂਵਮੈਂਟ ਟਰਸਟ ਦੇ ਵਿੱਚ ਲਾਇਆ। ਕੀ ਨਾਮ ਮਿਸਟਰ? ਕਾਰਪੋਰੇਸ਼ਨ ਦੀਆਂ ਪੁੱਡਾ ਦੀ ਗੱਲ ਕਰ ਪੁੱਡਾ ਨੇ ਇੰਪਰੂਵਮੈਂਟ ਟਰਸਟ ਦੇ ਵਿੱਚ ਐਕਸ਼ਨ ਨਹੀਂ, ਐਸਡੀਓ ਲਾਇਆ। ਉਹ ਕੀ ਹੈ, ਉਹ ਕੀ ਹੈ ਮਿਸਟਰ ਵਿਪਨ, ਮਿਸਟਰ ਵਿਪਨ। ਉਹ ਵੀ ਗਿੱਦੜਵੇ ਦਾ ਪੁਰਾਣਾ ਬੰਦਾ, ਉਹ ਵੀ ਇਹਨਾਂ ਦਾ ਨਾਲ ਰਿਹਾ ਵਾ। ਪਹਿਲਾਂ ਠੇਕੇਦਾਰੀ ਕਰਦਾ ਰਿਹਾ, ਹੁਣ ਇਹਨਾਂ ਨੇ ਲਿਆਂਦਾ ਇੱਥੇ। ਉਹਨਾਂ ਨੂੰ ਪਹਿਲਾਂ ਮਾਰਕੀਟ ਕਮੇਟੀ ਦੇ ਵਿੱਚ ਸੀਗਾ, ਪੁੱਡਾ ਦਾ ਉਹਨੂੰ ਚਾਰਜ ਦਿੱਤਾ ਰਿਹਾ। ਜਿੰਨੇ ਦਿਨ ਕਾਰਪੋਰੇਸ਼ਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੀ, ਇੱਕ ਸਿੰਗਲ ਪੈਸਾ ਕਾਰਪੋਰੇਸ਼ਨ ਨੂੰ ਦੇ ਕੇ ਇੰਪਰੂਵਮੈਂਟ ਟਰਸਟ ਨੂੰ ਪੈਸੇ ਦਿੱਤੇ ਗਏ। ਉਹਦਾ ਸਭ ਤੋਂ ਸਿੱਧਾ ਕਾਰਨ ਇਹ ਸੀ ਵੀ ਆਪਦੇ ਤਰੀਕੇ ਨਾਲ ਮੈਨੇਜ ਕਰਨਾ, ਆਪਦੇ ਤਰੀਕੇ ਨਾਲ ਸਾਰਾ ਕੁਛ ਕਰਨਾ। ਤਾਂ ਮੈਂ ਕਹਿ ਸਕਦਾ ਕਿ ਸ਼ਹਿਰ ਦੀ ਸਭ ਤੋਂ ਵੱਡੀ ਦਰਦਸ਼ਾਲੀ ਹੈ ਮਨਪ੍ਰੀਤ ਬਾਦਲ ਜੀ। ਦਰਅਸਲ ਇਸ ਪੂਰੇ ਮਾਮਲੇ ਵਿੱਚ ਜੈਜੀਤ ਸਿੰਘ ਜੌਹਲ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਵਿਧਾਇਕ ਸਰੂਪ ਚੰਦ ਸਿੰਗਲਾ ਤੇ ਕੁਝ ਦਿਨ ਪਹਿਲਾਂ ਇਲਜ਼ਾਮ ਲਗਾਏ ਗਏ ਸਨ। ਜ਼ਰਾ ਤੁਸੀਂ ਵੀ ਸੁਣੋ ਕੀ ਸਨ ਇਲਜ਼ਾਮ। ਰੇਹੜੀ ਵਾਲੇ ਆਏ ਸੀ ਕਿ ਸਾਨੂੰ ਕਰੋਨਾ ਦੀ 2 ਮਹੀਨੇ ਦੀ ਰਹਿਤ ਲੈ ਦਿਓ, ਛੋਟ ਦੇ ਦਿਓ। ਮੈਂ ਉੱਥੇ ਅਨਾਉਂਸ ਕਰਤਾ ਸੀ, ਮੈਂ ਕਿਹਾ ਵੀ ਤੁਹਾਨੂੰ ਜੂਨ ਦਾ ਮਹੀਨਾ ਮਾਫ, ਤੁਸੀਂ ਰੋਜ਼ ਸਲੀਮ ਨੂੰ ਕੁਝ ਨਹੀਂ ਦੇਣਾ। ਸਲੀਮ ਨੂੰ ਮੈਂ ਸੈਕਟਰੀ ਨੂੰ ਕਿਹਾ ਫੋਨ ਕਰੋ ਵੀ ਇਹਨਾਂ ਤੋਂ ਲੈਣਾ ਨਹੀਂ। ਉਹਨਾਂ ਨੇ ਤਾੜੀਆਂ ਮਾਰਤੀਆਂ। ਅਸੀਂ ਇੰਨੇ 'ਚ ਖੁਸ਼ ਹੋ ਗਏ ਕਿ ਇਹਨਾਂ ਦਾ ਕਿਰਾਇਆ ਮਾਫ ਕਰਾਤਾ। ਉਹ ਤਾਂ ਫਿਰ ਜਦੋਂ ਰਿਕਾਰਡ ਖੋਲ੍ਹਿਆ ਪਤਾ ਚੱਲਿਆ ਕਿ ਇਹ ਤਾਂ ਤਾੜੀਆਂ ਸਾਰੀਆਂ ਫੋਕੀਆਂ ਹੀ ਸੀ। ਇਹ ਤਾਂ ਐਡੀ ਵੱਡੀ ਅਕਾਲੀ ਦਲ ਚੋਰੀ ਕਰ ਰਿਹਾ ਸੀ। ਤੇ ਸਭ ਤੋਂ ਅੱਗੇ ਸਰੂਪ ਸਿੰਗਲਾ ਦੇ ਤੁਹਾਨੂੰ ਹੀ ਪਤਾ ਕੌਣ ਹੁੰਦਾ, ਇਹੀ ਹੁੰਦਾ, ਸਲੀਮ ਹੁੰਦਾ। ਇਹ ਸਾਰਾ ਰੈਕਟ ਇਹਨਾਂ ਦਾ ਬੜੀ ਦੇਰ ਦਾ ਚੱਲ ਰਿਹਾ ਸੀ। ਮੰਡੀ ਦੇ ਵਿੱਚ ਜਿੰਨੇ ਫੜ ਹੈ ਉਹਦਾ ਇੱਕ ਰੈਕਟ ਹੈਗਾ, ਜਿੰਨੇ ਫੜ ਹੈ ਇਹਨਾਂ ਦਾ ਕਬਜ਼ਾ ਉੱਥੇ ਅਕਾਲੀ ਦਲ ਦਾ। ਅਸੀਂ ਕਰੋੜਾਂ ਰੁਪਇਆ ਲਾਤਾ ਉੱਥੇ, 90% ਜਗ੍ਹਾ ਇਹਨਾਂ ਨੇ ਨਜਾਇਜ਼ ਰੋਕੀ ਹੋਈ ਹੈ। ਉਹਦੀ ਵੀ ਅੱਜ ਮੀਟਿੰਗ ਹੋਈ ਹੈ, ਉਹਦੇ ਸਾਰਾ FM ਸਾਹਿਬ ਨੇ ਬੈਠ ਕੇ ਉਹਦੇ ਕ੍ਰਾਈਟੇਰੀਆ ਬਣਾਇਆ ਕਿ ਜਿਹੜਾ ਸਰਕਾਰ ਨੂੰ ਟੈਕਸ ਭਰਦਾ ਹੈ ਉਹਨੂੰ ਉਸ ਮੁਤਾਬਿਕ ਜਗ੍ਹਾ ਦਿੱਤੀ ਜਾਊ। ਬਠਿੰਡਾ ਤੋਂ ਜੱਸੀ ਬਰਾੜ ਦੀ ਰਿਪੋਰਟ ਏਵਨ ਪੰਜਾਬੀ। ਮੈਂ ਆਪਣੇ ਇਹ ਮੋਢਿਆਂ ਤੇ ਗੋਡਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤੇ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਝ ਦਿਨਾਂ ਤੋਂ ਮੈਨੂੰ ਬਾਲਾਂ ਦੀ ਬੜੀ ਸਮੱਸਿਆ ਸੀ। ਮੇਰੇ ਬਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਆਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਕੁ ਮਹੀਨੇ ਲਾਣਾ ਆਪਣੇ ਸਿਰ ਤੇ ਅਪਲਾਈ ਕੀਤਾ। ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ। ਅਤੇ ਮੇਰੇ ਬਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ। ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਣਾ ਨਾ ਭੁੱਲੋ।
ਕਿਤੇ ਨਾ ਕਿਤੇ ਅਸੀਂ ਆਪਣੇ ਬਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ ਕਿਤੇ ਸੋਸਾਇਟੀ 'ਚ ਬੈਠੇ ਹਾਂ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੋਏ। ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੌਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੌਨਫੀਡੈਂਟ ਹਾਂ ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।